बिस्मिल्लाहिर्रहमानिर्रहीम। मुहम्मद सरफराज दोस्तों की खिदमत हाज़र तो मेरे नाल ने चौधरी अब्दुल जब्बार गुज्जर साहब जिमीदार भी आ। तो जोड़े जिमीदार होण ना वो वेले भी होण ते ना सियासतदान जरूर होंदे आ। ते इस वेले असीं गल करदे काश्तकारी के हवाले नाल। अब्दुल जब्बार साहब अस्सलाम वालेकुम। वालेकुम अस्सलाम जी। चौधरी साहब मैनू ये दसो, हुकूमत अज बदल गई 10 अप्रैल आ जी। ये जिहड़ी हुकूमत आई ये भी पहले देखी, पीपल पार्टी भी देखी आ, नून लीग भी देखी है, तो देख PTI भी लई है। जी जी। काश्तकार के हवाले ना केड़ी पार्टी ठीक रही है? चौधरी साहब जी पीपल पार्टी का दौर रहा सी वो एक जिमीदारां वास्ते मिसाली दौर रहा सी। अच्छा जी। और इस तो बाद जो नून लीग का बदतरीन दौर सी जिमीदारां वास्ते। बेहतरीन या बदतरीन? बदतरीन दौर। अच्छा बदतरीन सी। हाँ जी। अच्छा जी। और PTI का एक अच्छा दौर रहा जिमीदारां वास्ते। 2-3 मसले रहे ने, लेकिन उन्होंने चीज़ों के बावजूद भी एक अच्छा दौर रहा वा PTI की गवर्नमेंट के जोड़े 3.5 साल ने बहुत अच्छा रहा। पीपल पार्टी ने की कर दिता सी जिमीदारां? सब गंदम का रेट उस टाइम 500-550 रुपया सी गवर्नमेंट का जिस टाइम पीपल पार्टी की गवर्नमेंट आई सी, और जिस दिन पीपल पार्टी की गवर्नमेंट गई है उस दिन 1200 रुपया गंदम का रेट सी। अच्छा, रेट वधा गए, यही काम चंगा कर गए। जिमीदार नूं जदों ओदी फसल का पूरा रेट मिलेगा, जिमीदार खुशहाल होएगा तो पाकिस्तान खुशहाल होएगा। 70% लोग इस कारोबार के नाल मुंसलिक ने। ठीक है जी। ते नून लीग ने की कर दिता? पूरे 5 साल दे विच 1250 तो 1300 रुपया रेट किया। जिमीदार नूं ओदी फसल का रेट नहीं मिलिया और जिमीदार दे बदतरीन हालात दे विच गुजरिया। ਉਹਦੇ ਤੋਂ ਇਲਾਵਾ ਲਾਈਨਾਂ ਦੇ ਵਿੱਚ ਲੱਗੇ ਤੋੜੇ ਲੈਣ ਲਈ। ਔਰ ਹਾਂਜੀ ਉਹ ਜਿਹੜੀ ਚੀਜ਼ ਉਹ ਤੁਸੀਂ ਮੇਰੇ ਨਾਲ ਮੌਜੂਦ ਰਹੇ। ਅਸੀਂ 5 ਸਾਲ ਫੂਡ ਸੈਂਟਰਾਂ ਤੇ ਜ਼ਲੀਲੋ ਖਵਾਰ ਹੋਏ ਆਪਣੀ ਗੰਦਮ ਵੇਚਣ ਵਾਸਤੇ। ਓਪਨ ਮਾਰਕੀਟ ਦੇ ਵਿੱਚ ਰੇਟ 1050-1100 ਰੁਪਇਆ ਹੁੰਦਾ ਸੀ ਔਰ ਗਵਰਨਮੈਂਟ ਦਾ ਰੇਟ 1250-1300 ਰੁਪਇਆ ਹੁੰਦਾ ਸੀ। ਤੇ ਲੇਕਿਨ ਬਾਰਦਾਨਾ ਆਮ ਜ਼ਿਮੀਦਾਰ ਨੂੰ ਨਹੀਂ ਸੀ ਮਿਲਦਾ। ਉੱਥੇ ਸਿਆਸੀ ਲੋਕਾਂ ਨੂੰ ਔਰ MP MNA ਦੇ ਰਿਕਮੈਂਡਡ ਲੋਕਾਂ ਨੂੰ ਬਾਰਦਾਨਾ ਮਿਲਦਾ ਸੀ ਜਿਹੜੇ ਵਪਾਰੀ ਸਨ। ਰਿਕਮੈਂਡਡ ਲੇਕਿਨ ਵਪਾਰੀ। ਹਾਂਜੀ। ਉਹਨਾਂ ਨੇ ਬੋਗਸ ਕਰਾਈਆਂ ਹੁੰਦੀਆਂ ਸੀ, ਗਰਦਾਵਰੀਆਂ। ਹਾਂਜੀ। ਤੇ ਜਿਹੜੇ ਹੱਕਦਾਰ ਹੁੰਦੇ ਸੀ ਨਾ ਜੀ ਉਹ ਸਾਰਾ ਦਿਨ ਲਾਈਨਾਂ ਦੇ ਵਿੱਚ ਤੇ ਡੰਡੇ ਖਾਂਦੇ। 3.5 ਸਾਲ ਹੋ ਗਏ ਆ PTI ਦੀ ਗਵਰਨਮੈਂਟ ਨੂੰ। ਅਸੀਂ ਇੱਕ ਦਫਾ ਵੀ ਗਵਰਨਮੈਂਟ ਕੋਲੋਂ ਬਾਰਦਾਨਾ ਲੈਣ ਨਹੀਂ ਗਏ। ਸਾਨੂੰ ਜ਼ਰੂਰਤ ਨਹੀਂ ਮਹਿਸੂਸ ਹੋਈ ਔਰ ਅਸੀਂ ਆਪਣੇ ਘਰੋਂ ਆਪਣੀ ਪੈਲੀਆਂ ਦੇ ਵਿੱਚੋਂ ਫਸਲ ਵੇਚੀ ਆ ਔਰ ਪੂਰੇ ਰੇਟ ਤੇ ਵੇਚੀ। ਅਬਦੁਲ ਜਬਾਰ ਸਾਹਿਬ ਇਹ ਤਾਂ ਗੱਲ ਠੀਕ ਆ ਜੀ। ਆ ਜਿਹੜੀ ਖਾਦ ਆ ਉਹਨੂੰ ਕਿੱਦਾਂ ਭਰ ਲਾਤੇ ਸੀ? ਚੋਈ ਸਾਹਿਬ ਤੁਸੀਂ ਖਾਦ ਨੂੰ ਕਹਿੰਦੇ ਆ ਔਰ ਫਸਲ ਵੀ ਤੇ ਦੇਖੋ ਨਾ, ਤੁਹਾਡੀ ਫਸਲ ਵੀ ਤੇ ਨਾਲ ਮਹਿੰਗੀ ਹੋਈ ਹੈ ਨਾ। 1300 ਤੋਂ 2200 ਰੁਪਏ ਗਵਰਨਮੈਂਟ ਦਾ ਰੇਟ ਹੋਇਆ। 900 ਰੁਪਇਆ ਪਰ ਮਨ ਦੇ ਪਿੱਛੇ ਗੰਦਮ ਦਾ ਰੇਟ ਵਧਿਆ ਵਾ। ਤੇ DAP ਦਾ 7000 ਰੁਪਇਆ 3000 ਤੋਂ 10000 ਹੋਈ, 7000 ਵੱਧ ਗਿਆ। ਯੂਰੀਆ 1000 ਰੁਪਇਆ ਮਹਿੰਗੀ ਹੋ ਗਈ, 2000 ਉਹ ਕਿੱਲੇ ਪਿੱਛੇ ਮਹਿੰਗਾ ਹੋ ਗਿਆ। ਮੈਂ ਸਾਰੀ ਕੈਲਕੂਲੇਸ਼ਨ ਕੀਤੀ ਹੈ, ਤਕਰੀਬਨ 15000 ਰੁਪਇਆ ਕਿੱਲੇ ਦੇ ਪਿੱਛੇ ਜਿਹੜੇ ਹੈ ਇਹ ਜਿਹੜੇ ਸਾਨੂੰ ਖਾਦਾਂ ਔਰ ਦਵਾਈਆਂ ਔਰ पानी बिजली हर चीज़ मिला के 15000 रुपया सानू ना एक्सट्रा पैंदा पिया। और सानू जेड़ा रेट की वजह तो 45000 रुपया एक्सट्रा मिल रहा एक एकड़ ते। एक एकड़ ते। ते आ जेड़ा रौला पैंदा हाय महंगाई आ महंगाई है। तो क्यों जिमीदार जेड़े किसान ने वो क्यों 50000 तो 70000 रुपए ते ठेका लै गए ने? अगर उन्होंने कुछ बचदा तो वो 70000 रुपया ठेका देने वास्ते तैयार ने। अज ਘੇ ਦਾ ਵੀ ਤਾਂ ਦੇਖੋ ਰੇਟ ਕਿੱਥੇ ਚਲਾ ਗਿਆ। ਸਾਰੀਆਂ ਚੀਜ਼ਾਂ ਦਾ ਚੋਈ ਸਾਹਿਬ ਰੇਟ ਵਧਿਆ ਵਾ। ਕਿਹੜੀ ਚੀਜ਼ ਦਾ ਰੇਟ ਨਹੀਂ? ਮਜ਼ਦੂਰ ਦੀ ਮਜ਼ਦੂਰੀ ਨਹੀਂ ਵਧੀ, ਤਨਖਾਹਦਾਰ ਤਬਕੇ ਦੀ ਤਨਖਾਹ ਨਹੀਂ ਵਧੀ। ਕਿੱਥੇ ਤਨਖਾਹਾਂ ਵਧੀਆਂ? ਸਭ ਕੁਝ ਵਧਿਆ ਚੋਈ ਸਾਹਿਬ, ਅਸੀਂ ਦੇਖਦੇ ਨਹੀਂ। ਅੱਛਾ, ਅਸੀਂ ਦੇਖਦੇ ਨਹੀਂ ਜੀ। ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਕਾਸ਼ਤਕਾਰ ਲਈ PTI ਦੀ ਹਕੂਮਤ ਇਸ ਤਰ੍ਹਾਂ ਦੀ ਦੁਬਾਰਾ ਆਣੀ ਨਹੀਂ ਚੋਈ ਸਾਹਿਬ। ਆਣੀ ਨਹੀਂ ਹੁਣ ਤਾਂ ਆ ਗਈ ਆ ਪੂਰੀ। ਚੋਈ ਸਾਹਿਬ ਤੁਹਾਨੂੰ ਯਾਦ ਹੋਏਗਾ 2014-15 ਦੇ ਵਿੱਚ ਅਸੀਂ 800 ਰੁਪਏ ਨੂੰ 700 ਰੁਪਏ ਨੂੰ ਵੀ ਸੁਪਰ ਬਾਸਪਤੀ ਮੂੰਜੀ ਵੇਚੀ ਆ। याद है तुहानू? ਇਹ ਤਾਂ ਜੀ ਭੁੱਲ ਚਾਦ ਵਾਲੀਆਂ ਪਰ ਜਿਹੜੇ ਧੱਕੇ ਪੈਂਦੇ ਸੀ ਨਾ ਉਹ ਨਹੀਂ ਭੁੱਲਦੇ। ਚੋਈ ਸਾਹਿਬ ਉਦੋਂ ਸ਼ਬਾਜ਼ ਸ਼ਰੀਫ ਨੇ ਸਾਨੂੰ ਨਾ ਭਿਕਾਰੀ ਉਹਨੇ ਕਿਹਾ ਬਿਗਰ ਇਜ਼ ਨਾਟ ਚੂਜ਼ਰ, ਕਿ ਮੈਨੂੰ ਹੁਣ ਲਫ਼ਜ਼ ਅੱਗੇ ਪਿੱਛੇ ਦੀ ਬੈਗਰਸ ਇਜ਼ ਨਾਟ ਚੂਜ਼ਰ। ਉਹ ਸਾਹਿਬ ਸਾਨੂੰ ਇਹਨਾਂ ਬੈਗਰ ਕੈਨ ਨਾਟ ਬੀ ਚੂਜ਼ਰ 5000 ਰੁਪਏ ਵਾਸਤੇ ਲਾਈਨਾਂ 'ਚ ਲਗਾਇਆ ਸੀ। ਚੋਈ ਸਾਹਿਬ ਤੁਸੀਂ ਵੀ ਮੇਰੇ ਨਾਲ ਮੌਜੂਦ ਸੀ ਉੱਥੇ। ਹਾਂਜੀ ਲੱਗੇ ਸੀ ਇਹਨਾਂ ਲਾਈਨਾਂ ਦੇ ਵਿੱਚ 5-5000 ਰੁਪਇਆ ਏਕੜ ਦਾ। ਉਹ ਵੀ ਸਾਨੂੰ ਪੈਸੇ ਨਹੀਂ ਮਿਲੇ, ਉਹ ਵੀ ਇਹਨਾਂ ਨੇ ਲੋਕਾਂ ਨੇ ਢਿੱਡਾਂ ਨੇ ਭਰ ਲਿਆ, ਵੱਡਿਆਂ ਢਿੱਡਾਂ ਵਾਲਿਆਂ ਨੇ। ਉਹ ਤਾਂ ਹੋ ਗਈ ਗੱਲ। ਯਾਦ ਹੋਣਾ ਤੁਹਾਨੂੰ ਚੋਈ ਸਾਹਿਬ ਕੀ ਕੁਛ ਹੋਇਆ ਸੀ? ਪੈਸੇ ਤਾਂ ਕਿਸਾਨ ਕਾਰਡ ਦੇ ਵੀ ਮਿਲੇ। ਜਿਨ੍ਹਾਂ ਦੀਆਂ ਮੂੰਜੀਆਂ ਸੀ ਹਾਂਜੀ ਉਹਨਾਂ ਨੂੰ ਪੈਸੇ ਨਹੀਂ ਸੀ ਮਿਲੇ ਔਰ ਜਿਨ੍ਹਾਂ ਦੀਆਂ ਜ਼ਮੀਨਾਂ ਖਾਲੀ ਪਈਆਂ ਸਨ। ਔਰ ਮੈਂ ਉੱਥੇ ਤਹਿਸੀਲਦਾਰ ਦੇ ਕੋਲੇ ਆਵਾਜ਼ ਵੀ ਉਠਾਈ ਸੀ ਕਿ ਜਨਾਬ ਇਹ ਜਿਸ ਬੰਦੇ ਨੂੰ ਤੁਸੀਂ ਚੈੱਕ ਇਸ਼ੂ ਕਰ ਰਹੇ ਜੇ ਇਹਦੀ ਜ਼ਮੀਨ ਜਾ ਕੇ ਦੇਖੋ ਉਹਦੇ 'ਚ ਮੂੰਜੀ ਲੱਗੀ ਵੀ ਸੀ ਕਿ ਨਹੀਂ ਸੀ ਲੱਗੀ। ਨਹੀਂ, ਚੈੱਕ ਤਾਂ ਉਹਨਾਂ ਨੂੰ ਵੀ ਹੋ ਗਏ ਸੀ ਜਿਨ੍ਹਾਂ ਦੇ ਨਾਮ ਮਰਲਾ ਵੀ ਨਹੀਂ ਜ਼ਮੀਨ ਦਾ। ਹਾਂਜੀ।
ਲੇਕਿਨ ਇੱਥੇ ਵੀ ਤਾਂ ਕਿਸਾਨ ਕਾਰਡਾਂ ਦੇ ਵਿੱਚ ਨਾ ਖਾਦ ਲੱਭੀ ਤੇ ਨਾ ਪੈਸੇ ਲੱਭੇ, ਨਾ ਸਬਸਿਡੀ ਲੱਭੀ। ਇਹ ਇੱਕ ਯੂਰੀਆ ਦੀ ਹੱਦ ਤੱਕ ਤੁਸੀਂ ਕਹਿ ਸਕਦੇ ਆ ਕਿ ਇਹ ਮਿਸਮੈਨੇਜਮੈਂਟ ਸੀ ਸਾਡੇ ਮੁਲਕ ਦੇ ਵਿੱਚ। ਔਰ ਇਹ ਜਿਹੜੇ ਦੂਸਰੇ ਸਟਾਕ ਇਹ ਹਜ਼ਰਾਤ ਸਨ ਨਾ, ਡੀਲਰ ਹਜ਼ਰਾਤ, ਇਹਨਾਂ ਨੇ ਇੱਕ ਮਸਨੂਈ ਬੁਹਰਾਨ ਪੈਦਾ ਕੀਤਾ ਸੀ ਸਾਡੇ ਮੁਲਕ ਦੇ ਵਿੱਚ। ਨਾ ਤਾਂ ਸਾਡੇ ਮੁਲਕ 'ਚ ਖਾਦ ਦੀ ਕਮੀ ਸੀ, ਸ਼ਾਰਟੇਜ, ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਸੀ। ਇਹ ਸਿਰਫ ਸਟਾਕੀਆਂ ਨੇ ਇੱਕ ਮਸਨੂਈ ਬੁਹਰਾਨ ਪੈਦਾ ਕੀਤਾ ਗਿਆ ਸੀ। ਔਰ ਇਹ ਮਾਫੀਆ ਜੋ ਸਭ ਤੁਹਾਨੂੰ ਪਤਾ ਹੈ ਕਿ ਮਾਫੀਆ ਬਹੁਤ ਵੱਡਾ ਵਾ। ਇਹਨੂੰ ਜਿਹੜਾ ਨਾ ਜੀ ਖਤਮ ਹੁੰਦਿਆਂ ਨੂੰ ਟਾਈਮ ਲੱਗਣਾ ਸੀ ਔਰ ਇਹਨੂੰ ਖਾਂ ਸਾਹਿਬ ਖਤਮ ਕਰ ਸਕਦੇ ਸਨ, ਲੇਕਿਨ ਉਹਨਾਂ ਨੂੰ ਇੰਨਾ ਮੌਕਾ ਹੀ ਨਹੀਂ ਦਿੱਤਾ ਗਿਆ। ਮਾਫੀਆ ਨੇ ਖਾਨ ਸਾਹਿਬ ਹੀ ਜਿਹੜੇ ਲਾ ਕੇ ਉਹ ਮਾਰੇ। ਮਾਫੀਆ ਨੇ ਖਾਨ ਸਾਹਿਬ ਨੂੰ। ਤੁਹਾਡੇ ਕਹਿਣ ਦਾ ਮਤਲਬ ਇਹ ਆ ਜੀ ਕਿ ਜਾਂ ਤੇ ਕੰਮ ਕਰ ਗਈ ਪੀਪਲ ਪਾਰਟੀ ਕਾਸ਼ਤਕਾਰ ਲਈ ਜੀ, ਤੇ ਜਾਂ ਕਰ ਗਈ ਪੀਟੀਆਈ ਜੀ। ਬਿਲਕੁਲ। ਤੇ ਨੂਨ ਲੀਗ ਹੈ ਹੀ ਸਰਮਾਇਆਦਾਰਾਂ ਦੀ। ਨੂਨ ਲੀਗ ਹੈ ਹੀ ਸਰਮਾਇਆ। ਉਹਨੇ ਕਦੀ ਵੀ ਸਾਨੂੰ ਜ਼ਿਮੀਂਦਾਰਾਂ ਨੂੰ ਪ੍ਰੋਟੈਕਟ ਨਹੀਂ ਕੀਤਾ। ਜੋ ਸਾਹਿਬ ਤੁਸੀਂ ਦੇਖੋ ਸਾਡੀਆਂ ਫਸਲਾਂ ਇੱਥੇ ਰੁਲਦੀਆਂ ਸੀ ਸੜਕਾਂ ਦੇ ਉੱਪਰ, ਹਾਂਜੀ, ਤੇ ਉਹਨਾਂ ਨੇ ਇੰਡੀਆ ਦਾ ਬਾਰਡਰ ਖੋਲ ਕੇ ਵਾਗੇ ਬਾਰਡਰ ਦੇ ਜ਼ਰੀਏ ਹਰ ਚੀਜ਼ ਉੱਥੋਂ ਇੰਪੋਰਟ ਕਰਦਾ ਸੀ। ਕੌਣ? ਸ਼ਬਾਜ਼ ਸ਼ਰੀਫ ਦੇ ਦੌਰ ਦੀ ਪੰਜਾਬ ਗਵਰਨਮੈਂਟ ਦੇ ਅੰਦਰ ਵਾਗਾ ਬਾਰਡਰ ਦੇ ਜ਼ਰੀਏ ਟਮਾਟਰ, ਪਿਆਜ਼, ਅਦਰਕ, ਹਰ ਚੀਜ਼ ਉੱਥੋਂ ਆਉਂਦੀ ਸੀ। ਅਫਗਾਨਿਸਤਾਨ ਸਾਡੀ ਜਿਹੜੀ ਸਭ ਤੋਂ ਵੱਡੀ ਮੰਡੀ ਸੀ, ਜਿੱਥੇ ਸਾਡੀ ਹਰ ਜ਼ਰਈ ਪ੍ਰੋਡਕਟ ਵਿਕਦੀ ਸੀ, ਉਹਨੂੰ ਇੰਡੀਆ ਨੂੰ ਰਸਤਾ ਦਿੱਤਾ ਸੀ ਇਸ ਬੰਦੇ ਨੇ। ਔਰ ਸਾਡੀਆਂ ਇੱਥੇ ਫਸਲਾਂ ਸੜਕਾਂ ਤੇ ਰੋਲ ਰਹੀਆਂ ਸੀ ਔਰ ਇੰਡੀਆ ਦੀ ਜਿਹੜੀਆਂ ਫਸਲਾਂ ਉੱਥੇ ਅਫਗਾਨਿਸਤਾਨ ਵਿਕ ਰਹੀਆਂ। ਚਲੋ ਫਿਰ ਤਕੜੇ ਹੋ ਜਾਓ, ਆ ਗਿਆ ਬੇਲੀ ਫੇਰ। ਤਕੜੇ ਹੀ ਤਕੜੇ ਜੀ। ਹਾਂਜੀ, ਅੱਲਾਹ ਤਾਲਾ ਬਿਹਤਰ ਕਰੇਗਾ। ਆਮੀਨ ਜੀ ਆਮੀਨ। ਸਾਡੀ ਤਾਂ ਦੁਆ ਹੈ ਕਿ ਇਸ ਮੁਲਕ ਵਾਸਤੇ ਬਿਹਤਰ ਹੋਣਾ ਚਾਹੀਦਾ। ਗਵਰਨਮੈਂਟ ਜਿਹਦੀ ਮਰਜ਼ੀ ਹੋਵੇ, ਸਾਨੂੰ ਉਸ ਨਾਲ ਫਰਕ ਨਹੀਂ ਪੈਂਦਾ। ਅਸੀਂ ਆਪਣੀ ਕਰਨੀ ਹੈ, ਆਪਣੀ ਕਰਨੀ, ਆਪਣੀ ਖਾਣੀ। ਲੇਕਿਨ ਅਸੀਂ ਅਪੀਲ ਕਰਦੇ ਇਸ ਹਕੂਮਤ ਅੱਗੇ ਕਿ ਜਿੱਦਾਂ ਤੁਸੀਂ ਪਿਛਲੀ ਵਾਰ ਕਾਸ਼ਤਕਾਰ ਨੂੰ ਰਗੜਾ ਲਾਇਆ ਸੀ, ਐਤਕੀ ਰਗੜਾ ਨਾ ਲਾਇਓ। ਪਾਲਿਸੀਆਂ ਵੈਸੇ ਇੱਕ ਹੈ ਚੌਧਰੀ ਅਬਦੁਲ ਜਬਾਰ ਸਾਹਿਬ, ਮੈਨੂੰ ਨਹੀਂ ਪਤਾ ਗਵਰਨਮੈਂਟ ਦਾ ਸੀ ਜਾਂ ਕੀ ਸੀ, ਮਹਿਕਮਾ ਜ਼ਰਾਅਤ ਦਾ ਪਿਛਲੇ ਦਿਨਾਂ ਦੇ ਵਿੱਚ ਬੜਾ ਐਕਟਿਵ ਸੀ। ਇਸੇ ਵਜ੍ਹਾ ਤੋਂ ਹੋਇਆ ਸੀ ਨਾ ਜੋ ਸਾਹਿਬ, ਜਿਹੜੇ ਤੁਹਾਨੂੰ ਪਤਾ ਕਿ ਮਾਮਲਾਤ ਖਰਾਬ ਹੋਏ ਸੀ ਖਾਦ ਦੀ ਵਜ੍ਹਾ ਤੋਂ, ਤੇ ਉਹ ਇਹਨਾਂ ਨੂੰ ਬੜਾ ਖਿੱਚਿਆ ਗਿਆ ਸੀ ਗਵਰਨਮੈਂਟ ਦੀ ਤਰਫੋਂ ਕਿ ਐਕਟਿਵ ਰਹੇ ਨੇ। ਔਰ ਕੋਸ਼ਿਸ਼ ਗਵਰਨਮੈਂਟ ਆਪਣੀ ਹੱਦ ਤੱਕ ਇਮਕਾਨ ਕੋਸ਼ਿਸ਼ ਕਰਦੀ ਰਹੀ ਕਿ ਇਸ ਬੁਹਰਾਨ ਤੋਂ ਨਿਪਟਿਆ ਜਾਵੇ, ਲੇਕਿਨ ਬਦਕਿਸਮਤੀ ਕਿ ਸਟਾਕੀਆਂ ਨੇ ਨਾ ਹੁਕੂਮਤ ਦੀ ਵਾਹ ਪੇਸ਼ ਨਹੀਂ ਜਾਣ ਦਿੱਤੀ। ਹੁਣ ਤੇ ਇਸ ਤਰ੍ਹਾਂ ਹੋ ਗਿਆ ਸੀ ਕਿ ਬੇਲਦਾਰ ਦੇ ਉੱਤੇ ਹੁੰਦਾ ਫੀਲਡ ਅਸਿਸਟੈਂਟ, ਜ਼ਰਾਅਤ ਅਫੀਸਰ, ਅਸਿਸਟੈਂਟ ਡਾਇਰੈਕਟਰ, ਡਾਇਰੈਕਟਰ, ਈਵਨ ਡੀਜੀ ਜ਼ਰਾਅਤ ਜਿਹੜੇ ਅੰਜਮ ਬੁੱਟਰ ਸਾਹਿਬ ਹੈ ਨਾ, ਮਾੜੇ ਤੋਂ ਮਾੜੇ ਕਾਸ਼ਤਕਾਰ ਦੀ ਦਸਤਰਤ ਸੀਗੀ ਉਹਨਾਂ ਤੱਕ। ਅੱਲਾ ਕਰੇ ਨਿਜ਼ਾਮ ਇਦਾਂ ਹੀ ਚੱਲਦਾ ਰਹੇ। ਤੇ ਫਿਰ ਜਾਂਦੇ ਜਾਂਦੇ ਇੱਕ ਨਾਰਾ ਹੋ ਜਾਏ, ਪਾਕਿਸਤਾਨ ਜ਼ਿੰਦਾਬਾਦ।